ਹੈਲੋ ਪ੍ਰੇਜ਼ ਦ ਲਾਰਡ ਸ਼ਾਲੋਮ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ, ਬਰਕਤ ਦੇਵੇ। ਇੱਕ ਵਾਰ ਫਿਰ ਅਸੀਂ ਪਰਮੇਸ਼ਵਰ ਦਾ ਪਿਤਾ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਇੱਕ ਵਾਰ ਫਿਰ ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਆ ਸਕੀਏ। ਔਰ ਅੱਜ ਵੀ ਸਾਡੇ ਕੋਲ ਇੱਕ ਬਹੁਤ ਹੀ ਖਾਸ ਸੁਨੇਹਾ ਹੈ ਪਰਮੇਸ਼ਵਰ ਦਾ ਜੋ ਤੁਹਾਨੂੰ ਅਸੀਂ ਦੇਣਾ ਚਾਹੁੰਦੇ ਹਾਂ। ਔਰ ਉਹ ਸੁਨੇਹਾ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਵਰਤ ਅਤੇ ਪ੍ਰਾਰਥਨਾ ਦੇ ਬਾਰੇ, ਪ੍ਰਾਰਥਨਾ ਅਤੇ ਵਰਤ ਦੇ ਬਾਰੇ ਜੋ ਕਨਫਿਊਜ਼ਿੰਗ ਹੈ ਉਸ ਗੱਲ ਦੇ ਬਾਰੇ ਅਸੀਂ ਪਰਮੇਸ਼ਰ ਦੇ ਵਚਨ 'ਚੋਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਪਰਮੇਸ਼ਰ ਦਾ ਵਚਨ ਸਾਨੂੰ ਕੁਝ ਸਿਖਾਉਂਦਾ ਹੈ ਕਿ ਅਸੀਂ ਫਾਸਟਿੰਗ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਕਰਨੀ ਹੈ, ਵਰਤ ਪਹਿਲਾਂ ਹੈ ਜਾਂ ਪ੍ਰਾਰਥਨਾ ਪਹਿਲਾਂ ਹੈ। ਜਾਂ ਅਸੀਂ ਦੇਖਦੇ ਹਾਂ ਕਿ ਅੱਜ ਜਿੰਨਾ ਵੀ ਸੰਸਾਰ ਦੇ ਵਿੱਚ ਪ੍ਰਾਰਥਨਾ ਦੇ ਬਾਰੇ ਜਾਂ ਵਚਨ ਦੇ ਵਿੱਚੋਂ ਵਰਤ ਦੇ ਬਾਰੇ ਦੱਸਿਆ ਜਾਂਦਾ, ਤਾਂ ਅੱਜ ਫਾਸਟਿੰਗ ਦੇ ਬਾਰੇ ਤਾਂ ਬਹੁਤ ਕੁਝ ਦੱਸਿਆ ਜਾਂਦਾ ਹੈ। ਪਰ ਫਾਸਟਿੰਗ ਜਿਹੜੀ ਹੈ ਉਹ ਪਹਿਲਾਂ ਹੈ ਜਾਂ ਵਰਤ ਪਹਿਲਾਂ ਹੈ ਜਾਂ ਪ੍ਰਾਰਥਨਾ ਪਹਿਲਾਂ ਹੈ, ਇਹ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਨੇ। ਔਰ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਨਾਲ ਪਰਮੇਸ਼ਰ ਦੇ ਵਚਨ ਦੇ ਵਿੱਚ ਆਓ। ਮਰਕੁਸ ਦੇ ਅੰਜੀਲ 9 ਅਧਿਆਏ ਦਾ 29 ਵਚਨ ਇੱਥੇ ਲਿਖਿਆ। ਉਸਨੇ ਉਹਨਾਂ ਨੂੰ ਕਿਹਾ ਕਿ ਇਸ ਪ੍ਰਕਾਰ ਦੀ ਪ੍ਰਾਰਥਨਾ ਬਿਨਾਂ ਹੋਰ ਕਿਸੇ ਤਰ੍ਹਾਂ ਨਹੀਂ ਨਿਕਲਦੀ। ਇੱਥੇ ਅਸੀਂ ਦੇਖਦੇ ਹਾਂ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ ਕਿ ਕੁਝ ਦੁਸ਼ਟ ਆਤਮਾਵਾਂ ਦੇ ਬਾਰੇ ਔਰ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਹੱਲ ਕਰਨਾ ਬਾਈਬਲ ਦੱਸਦੀ ਹੈ ਕਿ ਬਿਨਾਂ ਪ੍ਰਾਰਥਨਾ ਤੋਂ ਨਹੀਂ ਹੋ ਸਕਦਾ। ਲੇਕਿਨ ਜਦ ਤੁਸੀਂ ਕਿੰਗ ਜੇਮਸ ਵਰਸ਼ਨ ਜਿਹੜਾ ਹੈਗਾ ਕਿੰਗ ਜੇਮਸ ਵਰਸ਼ਨ ਹੈਗਾ ਉਹਨੂੰ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਉੱਥੇ ਇੰਗਲਿਸ਼ ਦੇ ਵਿੱਚ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇੱਥੇ ਪੰਜਾਬੀ ਦੇ ਵਿੱਚ ਸਿਰਫ ਪ੍ਰਾਰਥਨਾ ਲਿਖਿਆ ਹੈ, ਪਰ ਉੱਥੇ ਲਿਖਿਆ ਹੈ ਬਟ ਬਾਏ ਪ੍ਰੇਅਰ ਐਂਡ ਫਾਸਟਿੰਗ, ਯਾਨੀ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੇਅਰ ਅਤੇ ਵਰਤ ਦੇ ਨਾਲ, ਫਾਸਟਿੰਗ ਦੇ ਨਾਲ ਹੀ ਠੀਕ ਹੋ ਸਕਦੀਆਂ ਨੇ ਔਰ ਉਹਨਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਬਹੁਤ ਸਾਰੇ ਲੋਕ ਜਿਹੜੇ ਇਸ ਚੀਜ਼ ਤੋਂ ਅਣਜਾਣ ਨੇ, ਉਹਨਾਂ ਨੂੰ ਪਰਮੇਸ਼ਰ ਅੱਜ ਇਹਨਾਂ ਵਚਨਾਂ ਰਾਹੀਂ ਜ਼ਰੂਰ ਚਾਨਣ ਦੇਣਗੇ। ਔਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਕ੍ਰਿਸਚਨ ਲੋਕ ਜਿਹੜੇ ਨੇ ਉਹ ਪਰਮੇਸ਼ਰ ਦੇ ਇਸ ਆਰਡਰ ਨੂੰ ਕੀ ਕਰ ਦਿੰਦੇ ਨੇ, ਉਹ ਭੁਲਾ ਦਿੰਦੇ ਨੇ ਜਾਂ ਪਰਮੇਸ਼ਰ ਦੇ ਇਸ ਆਰਡਰ ਦਾ ਉਹ ਕੀ ਨਹੀਂ ਕਰਦੇ, ਪਾਲਣਾ ਨਹੀਂ ਕਰਦੇ। ਆਰਡਰ ਕੀ ਹੈ? ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਕੁਝ ਚੀਜ਼ਾਂ ਦੇ ਬਾਰੇ, ਫੋਰ ਐਗਜ਼ਾਮਪਲ ਦੇ ਵਿੱਚ ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਇਸ ਦੁਨੀਆ ਵਿੱਚ ਵਰਤ ਰੱਖਦੇ ਨੇ, ਪਰ ਵਰਤ ਨੂੰ ਉਹ ਪ੍ਰਾਰਥਨਾ ਦੇ ਨਾਲ ਨਹੀਂ ਜੋੜਦੇ। ਤਾਂ ਕਹਿੰਦੇ ਨੇ ਅੱਜ ਅਸੀਂ ਫਾਸਟਿੰਗ ਹੈ, ਅੱਜ ਸਾਡਾ ਵਰਤ ਹੈ। ਔਰ ਕਈ ਜਗ੍ਹਾ 'ਤੇ ਅਸੀਂ ਵਰਤ ਪ੍ਰਾਰਥਨਾ ਦੇ ਬਾਰੇ ਵੀ ਗੱਲ ਕਰਦੇ ਹਾਂ। ਲੇਕਿਨ ਪਰਮੇਸ਼ਰ ਦੇ ਵਚਨ ਜਦੋਂ ਅਸੀਂ ਇੰਗਲਿਸ਼ ਦੇ ਵਿੱਚ ਪੜ੍ਹਦੇ ਤਾਂ ਲਿਖਿਆ ਕਿ ਪ੍ਰੇਅਰ ਐਂਡ ਫਾਸਟਿੰਗ, ਯਾਨੀ ਕਿ ਫਾਸਟਿੰਗ ਤੋਂ ਪਹਿਲਾਂ ਕੀ ਸ਼ਬਦ ਆਉਂਦਾ ਹੈ? ਪ੍ਰੇਅਰ ਆਉਂਦਾ ਹੈ। ਤੇ ਇਹ ਗੱਲ ਯਾਦ ਰੱਖਣ ਯੋਗ ਹੈ ਕਿ ਪ੍ਰਾਰਥਨਾ ਬਹੁਤ ਜ਼ਰੂਰੀ ਹੈ। ਪ੍ਰਾਰਥਨਾ ਦੇ ਨਾਲ ਹੀ ਅਸੀਂ ਫਾਸਟਿੰਗ ਜਿਹੜਾ ਹੈ ਉਹ ਸ਼ੁਰੂ ਕਰਨਾ ਹੈ। ਪ੍ਰਾਰਥਨਾ ਦੇ ਨਾਲ ਹੀ ਅਸੀਂ ਫਾਸਟਿੰਗ ਦੇ ਵਿੱਚ ਜਾਣਾ ਹੈ। ਫਾਸਟਿੰਗ ਦੇ ਬਾਰੇ ਬਹੁਤ ਸਾਰੇ ਲੋਕਾਂ ਦੀ ਕਨਫਿਊਜ਼ਿੰਗ ਹੈ। ਕਈ ਵਾਰ ਲੋਕ ਸੋਚਦੇ ਨੇ ਕਿ ਅਸੀਂ ਵਰਤ ਰੱਖਿਆ ਹੈ, ਭੁੱਖੇ ਰਹਿਣਾ ਕੋਈ ਵਰਤ ਰੱਖਣਾ ਨਹੀਂ ਹੁੰਦਾ। ਮੇਰੇ ਪਿਆਰੇ ਭੈਣੋ ਭਰਾਵੋ, ਸਾਨੂੰ ਪ੍ਰਾਰਥਨਾ ਦੇ ਵਿੱਚ ਰਹਿਣ ਵਾਸਤੇ ਸੱਦਾ ਦਿੱਤਾ ਗਿਆ ਹੈ। ਪਰਮੇਸ਼ਰ ਦੀ ਜਿਹੜੀ ਕਾਲਿੰਗ ਹੈ ਇਸ ਜਗ੍ਹਾ 'ਤੇ ਉਹ ਸਾਨੂੰ ਪ੍ਰਾਰਥਨਾ ਦੀ ਕਾਲਿੰਗ ਹੈ। ਪਰਮੇਸ਼ਰ ਦਾ ਵਚਨ ਇਹ ਕਹਿੰਦਾ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਔਰ ਫਾਸਟਿੰਗ ਦੇ ਨਾਲ ਕੀ ਕਰਦੇ ਹੋ, ਇਹੋ ਜਿਹੀਆਂ ਦੁਸ਼ਟ ਆਤਮਾਵਾਂ ਦਾ ਸਾਹਮਣਾ ਕਰਦੇ ਹੋ, ਤਾਂ ਤੁਸੀਂ ਉਹਨਾਂ ਚੀਜ਼ਾਂ 'ਤੇ ਜਿੱਤ ਪਾ ਸਕਦੇ ਹੋ। ਪਰਮੇਸ਼ਰ ਦਾ ਵਚਨ ਸਾਨੂੰ ਇਸ ਜਗ੍ਹਾ 'ਤੇ ਕਹਿੰਦਾ ਹੈ ਕਿ ਫਾਸਟਿੰਗ ਜਿਹੜੀ ਹੈਗੀ ਆ ਉਹ ਪਹਿਲਾਂ ਨਹੀਂ, ਪਰ ਪ੍ਰੇਅਰ ਪਹਿਲਾਂ ਹੈ। ਜਦੋਂ ਅਸੀਂ ਪ੍ਰੇਅਰ ਦੇ ਨਾਲ ਫਾਸਟਿੰਗ ਦੇ ਵਿੱਚ ਜਾਂਦੇ ਹਾਂ ਤਾਂ ਉਹਦਾ ਸਾਨੂੰ ਇੱਕ ਵੱਖਰਾ ਰਿਜ਼ਲਟ ਮਿਲਦਾ ਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਇਸ ਜਗ੍ਹਾ 'ਤੇ ਪ੍ਰਾਰਥਨਾ ਦੀ ਕਾਲਿੰਗ ਹੈ, ਪ੍ਰਾਰਥਨਾ ਦੀ। ਔਰ ਯਾਦ ਰੱਖੋ ਕਿ ਬਹੁਤ ਸਾਰੇ ਲੋਕ ਇਸ ਦੁਨੀਆ ਦੇ ਵਿੱਚ ਜਿਹੜੇ ਵਰਤ ਰੱਖਦੇ ਨੇ, ਕਹਿੰਦੇ ਕਿ ਜੇ ਰੋਟੀ ਨਹੀਂ ਖਾਧੀ ਤਾਂ ਕਹਿ ਦਿੰਦੇ ਕਿ ਅੱਜ ਸਾਡਾ ਵਰਤ ਰੱਖਿਆ ਗਿਆ। ਤੇ ਇਹ ਵਰਤ ਨਹੀਂ ਰੱਖਣਾ ਨਹੀਂ ਹੁੰਦਾ। ਪਿਆਰੇ ਭੈਣੋ ਭਰਾਵੋ, ਪ੍ਰਾਰਥਨਾ ਬਹੁਤ ਜ਼ਰੂਰੀ ਹੈ। ਵਿਥਆਊਟ ਪ੍ਰੇਅਰ ਜਿਹੜੀ ਆ ਤੁਹਾਡੀ ਫਾਸਟਿੰਗ ਦਾ ਕੋਈ ਫਾਇਦਾ ਨਹੀਂ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਜਿਹੜੀ ਫਾਸਟਿੰਗ ਤੁਸੀਂ ਕਰਨੀ ਹੈ ਉਹ ਪ੍ਰੇਅਰ ਦੇ ਦੁਆਰਾ ਹੋਣੀ ਚਾਹੀਦੀ ਹੈ, ਪ੍ਰਾਰਥਨਾ ਦੇ ਦੁਆਰਾ ਤੁਸੀਂ ਉਹਦੇ ਵਿੱਚ ਜਾਣਾ ਹੈ। ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਗੱਲ ਹੈ ਇਹ ਸਧਾਰਨ ਗੱਲ ਨਹੀਂ ਹੈ। ਮਤਲਬ ਸਾਫ਼ ਸ਼ਬਦਾਂ ਦੇ ਵਿੱਚ ਕਿ ਫਾਸਟਿੰਗ ਨੂੰ ਤੁਸੀਂ ਇੰਨੀ ਹਲਕੀ ਗੱਲ ਨਾ ਸਮਝੋ। ਪ੍ਰਾਰਥਨਾ ਦੇ ਦੁਆਰਾ ਅਸੀਂ ਇਹਦੇ ਵਿੱਚ ਜਾਣਾ ਆ। ਇਹ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਇਹ ਪਵਿੱਤਰ, ਯਾਨੀ ਕਿ ਪਰਮੇਸ਼ਰ ਦੇ ਵੱਲੋਂ ਇੱਕ ਹੋਲੀ ਐਕਟੀਵਿਟੀ ਆ, ਜਿਹਨੂੰ ਅਸੀਂ ਪਵਿੱਤਰ ਐਕਟੀਵਿਟੀ ਕਹਿ ਸਕਦੇ ਹਾਂ। ਕਿ ਇਹ ਕੋਈ ਸਧਾਰਨ ਗੱਲ ਨਹੀਂ ਹੈਗੀ ਕਿ ਅਸੀਂ ਫਾਸਟਿੰਗ ਕਰਦੇ ਹਾਂ ਔਰ ਫਾਸਟਿੰਗ ਦੇ ਵਿੱਚ ਪ੍ਰੇਅਰ ਨਹੀਂ ਕਰਦੇ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਮਝ ਨਹੀਂ ਪਾਉਂਦੇ ਕਿ ਅਸੀਂ ਪ੍ਰੇਅਰ ਕਰਨੀ ਹੈ ਜਾਂ
ਫਾਸਟਿੰਗ ਰੱਖਣਾ, ਉਹ ਫਾਸਟਿੰਗ ਤਾਂ ਰੱਖ ਲੈਂਦੇ ਲੇਕਿਨ ਪ੍ਰੇਅਰ ਨਹੀਂ ਕਰਦੇ। ਪਿਆਰੇ ਭੈਣੋ ਭਰਾਵੋ, ਪ੍ਰੇਅਰ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਫਾਸਟਿੰਗ ਦੇ ਵਿੱਚ ਜਾਓ ਤਾਂ ਪ੍ਰਾਰਥਨਾ ਦੇ ਦੁਆਰਾ ਜਾਓ। ਪਰਮੇਸ਼ਰ ਦਾ ਵਚਨ ਸਾਨੂੰ ਇਹੋ ਹੀ ਸਿਖਾਉਂਦਾ ਆ, ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਇੱਥੇ ਇੱਕ ਚਾਨਣਾ ਦਿੰਦਾ ਹੈ, ਪ੍ਰਕਾਸ਼ ਦਿੰਦਾ। ਉਹ ਕਿਸ ਤਰ੍ਹਾਂ ਹੈ? ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਦਾ, ਉਸ ਸਵਾਲ ਦਾ ਤੁਸੀਂ ਸਹੀ ਸੇ ਜਵਾਬ ਦਿਓ ਕਿ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਖਾਣਾ ਖਾਣ ਤੋਂ ਪਹਿਲਾਂ ਆਪਾਂ ਖਾਣੇ ਲਈ ਪ੍ਰਾਰਥਨਾ ਕਰਦੇ ਹਾਂ ਜਾਂ ਫਿਰ ਖਾਣਾ ਖਾ ਕੇ ਬਾਅਦ ਵਿੱਚ ਖਾਣੇ ਲਈ ਪ੍ਰਾਰਥਨਾ ਕਰਦੇ ਹਾਂ? ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਹੋ ਹੀ ਕਹੋਗੇ ਕਿ ਜਦੋਂ ਖਾਣਾ ਸਾਡੇ ਸਾਹਮਣੇ ਰੱਖਿਆ ਗਿਆ ਹੋਵੇ ਤੇ ਅਸੀਂ ਪਹਿਲਾਂ ਕੀ ਕਰਾਂਗੇ? ਖਾਣੇ ਲਈ ਪ੍ਰਾਰਥਨਾ ਕਰਾਂਗੇ ਔਰ ਫਿਰ ਖਾਣਾ ਖਾਵਾਂਗੇ। ਪਰ ਇਸੇ ਤਰ੍ਹਾਂ ਪਿਆਰੇ ਭੈਣੋ ਭਰਾਵੋ, ਜਦੋਂ ਅਸੀਂ ਫਾਸਟਿੰਗ ਦੇ ਵਿੱਚ ਜਾਂਦੇ ਹਾਂ ਤਾਂ ਫਾਸਟਿੰਗ ਪਹਿਲਾਂ ਰੱਖ ਲੈਂਦੇ ਹਾਂ ਤੇ ਪ੍ਰੇਅਰ ਆਪਾਂ ਕਰਦੇ ਹੀ ਨਹੀਂ। ਤੇ ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਹੋਇਆ ਕਿ ਜਿਹੜੀ ਫਾਸਟਿੰਗ ਵੀ ਹੈ ਉਹ ਵੀ ਤੁਹਾਨੂੰ ਇਸੇ ਤਰ੍ਹਾਂ ਪ੍ਰਾਰਥਨਾ ਦੇ ਦੁਆਰਾ ਰੱਖਣੀ ਚਾਹੀਦੀ ਹੈ। ਪ੍ਰਾਰਥਨਾ ਕਰਕੇ ਫਾਸਟਿੰਗ ਦੇ ਵਿੱਚ ਜਾਣਾ ਚਾਹੀਦਾ। ਜਿੱਦਾਂ ਅਸੀਂ ਖਾਣੇ ਵਾਸਤੇ ਪ੍ਰਾਰਥਨਾ ਕਰਦੇ ਹਾਂ, ਇੱਦਾਂ ਹੀ ਸਾਨੂੰ ਫਾਸਟ ਵਾਸਤੇ ਵੀ, ਵਰਤ ਵਾਸਤੇ ਵੀ ਦੁਆ ਕਰਨੀ ਚਾਹੀਦੀ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਇਸ ਦਾ ਰਿਜ਼ਲਟ ਜਿਹੜਾ ਹੈ ਉਹ ਤੁਹਾਨੂੰ ਵਧੀਆ ਮਿਲੇਗਾ ਔਰ ਇਸ ਦੇ ਨਾਲ ਤੁਸੀਂ ਇੱਕ ਜੇਤੂ ਜੀਵਨ ਜੀ ਪਾਓਗੇ ਔਰ ਤੁਸੀਂ ਸ਼ੈਤਾਨ ਦੀਆਂ ਸਾਰੀਆਂ ਸ਼ਕਤੀਆਂ ਉੱਤੇ ਔਰ ਸਾਰੀਆਂ ਦੁਸ਼ਟ ਆਤਮਾਵਾਂ ਦੇ ਉੱਤੇ ਜਿੱਤ ਪਾ ਸਕੋਗੇ। ਹਾਲੇਲੂਇਆ। ਔਰ ਇੱਕ ਬਹੁਤ ਵੱਡਾ ਭੇਤ ਹੈ ਜਿਹਨੂੰ ਸਮਝਣਾ ਬਹੁਤ ਜ਼ਰੂਰੀ ਆ। ਔਰ ਜਦੋਂ ਰਸੂਲਾਂ ਦੇ ਕਰਤੱਵ ਦੇ ਵਿੱਚ ਅਸੀਂ ਉਹਦੇ 13 ਅਧਿਆਏ ਦੇ ਵਿੱਚ ਤੇ ਉਹਦੇ 2 ਵਚਨ 'ਚ ਜਾਂਦੇ ਹਾਂ ਤਾਂ ਇੱਥੇ ਲਿਖਿਆ ਹੈ, ਜਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ। ਇੱਥੇ ਅਸੀਂ ਦੇਖਦੇ ਹਾਂ ਜਿਹੜੇ ਰਸੂਲ ਸੀਗੇ, ਪਰਮੇਸ਼ਵਰ ਦੇ ਚੇਲੇ ਸੀਗੇ, ਉਹ ਕੀ ਕਰਦੇ ਸੀਗੇ। ਇੱਥੇ ਇਹ ਆਇਤ ਵੀ ਸਾਨੂੰ ਇਹ ਬਿਆਨ ਕਰਦੀ ਆ। ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬੀ ਦੀਆਂ ਬਾਈਬਲਾਂ ਦੇ ਵਿੱਚ ਕੁਝ ਗੱਲਾਂ ਦੀ ਮਿਸਟੇਕ ਆ, ਜਿਹਨੂੰ ਅਸੀਂ ਪ੍ਰਿੰਟਿੰਗ ਮਿਸਟੇਕ ਕਹਿ ਸਕਦੇ ਹਾਂ ਜਾਂ ਟਰਾਂਸਲੇਸ਼ਨ ਮਿਸਟੇਕ ਕਹਿ ਸਕਦੇ ਹਾਂ। ਸੋ ਇਸ ਜਗ੍ਹਾ ਤੇ ਸਾਨੂੰ ਸਾਰੀਆਂ ਗੱਲਾਂ ਕਲੀਅਰ ਹੁੰਦੀਆਂ, ਜਿਹੜੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ, ਜਿਹੜਾ ਕਿੰਗ ਜੇਮਸ ਵਰਸ਼ਨ ਆ ਉਹਦੇ ਵਿੱਚ ਇੰਗਲਿਸ਼ ਦੇ ਵਿੱਚ ਅਸੀਂ ਦੇਖਦੇ ਹਾਂ ਮਰਕੁਸ ਦੀ ਕਿਤਾਬ ਦੇ ਵਿੱਚ ਜਿਹੜਾ ਅਸੀਂ 9 ਦੀ 29 ਆਇਤ ਨੂੰ ਪੜ੍ਹਿਆ ਤਾਂ ਉੱਥੇ ਸਾਨੂੰ ਪ੍ਰੇਅਰ ਤੇ ਫਾਸਟਿੰਗ ਦੇ ਬਾਰੇ ਲਿਖਿਆ ਹੋਇਆ, ਲੇਕਿਨ ਪੰਜਾਬੀ ਦੀ ਬਾਈਬਲ 'ਚ ਸਿਰਫ ਪ੍ਰਾਰਥਨਾ ਦੇ ਬਾਰੇ ਲਿਖਿਆ, ਉੱਥੇ ਫਾਸਟਿੰਗ ਦਾ ਜ਼ਿਕਰ ਨਹੀਂ ਕੀਤਾ ਗਿਆ। ਕੁਝ ਗੱਲਾਂ ਮਿਸਟੇਕ ਦੇ ਵਿੱਚ ਹਨ, ਧਿਆਨ ਦਿਓ। ਇਸੇ ਤਰ੍ਹਾਂ ਰਸੂਲਾਂ ਦੇ ਕਰਤੱਵ ਦੇ ਵਿੱਚ ਅਸੀਂ ਪੜ੍ਹਦੇ ਹਾਂ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲਾਂ ਵਰਤ ਨਹੀਂ ਹੈਗਾ, ਪਹਿਲਾਂ ਪ੍ਰਾਰਥਨਾ ਹੈ। ਇਸੇ ਤਰ੍ਹਾਂ ਰਸੂਲਾਂ ਦੇ ਕਰਤੱਵ ਦੇ ਵਿੱਚ ਰਸੂਲ ਕਹਿੰਦੇ ਨੇ, ਜਿੱਥੇ ਦਾ ਆਪਾਂ ਪੜ੍ਹਦੇ ਹਾਂ ਪਰਮੇਸ਼ਰ ਦਾ ਵਚਨ 2 'ਚ ਲਿਖਿਆ, ਜਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ। ਸੋ ਇਹਦਾ ਮਤਲਬ ਕਿ ਉਪਾਸਨਾ ਪਹਿਲਾਂ ਆ, ਵਰਤ ਬਾਅਦ ਦੇ ਵਿੱਚ ਆ। ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਉਪਾਸਨਾ ਕਰਦੇ ਸਨ ਔਰ ਕੀ ਕਰਦੇ ਸੀਗੇ? ਉਹ ਪਰਮੇਸ਼ਵਰ ਦੇ ਸਾਹਮਣੇ ਉਪਾਸਨਾ ਕਰਦੇ ਸੀ, ਪ੍ਰੇਅਰ ਕਰਦੇ ਸੀ। ਉਸ ਤੋਂ ਬਾਅਦ ਉਹ ਜਿਹੜੇ ਕਾਹਦੇ ਵਿੱਚ ਜਾਂਦੇ ਸੀਗੇ? ਵਰਤ ਦੇ ਵਿੱਚ ਜਾਂਦੇ ਸੀ। ਇਸ ਗੱਲ ਦਾ ਨੋਟ ਕਰਿਓ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ। ਔਰ ਉਹ ਕੀ ਕਰਦੇ ਸੀਗੇ? ਕਿੱਦਾਂ ਪ੍ਰਭੂ ਦੇ ਸੇਵਕ ਜਿਹੜੇ ਸੀਗੇ ਉਹ ਪ੍ਰਭੂ ਦੀ ਵਰਸ਼ਿਪ ਕਰਦੇ ਸੀਗੇ। ਉਹ ਪਹਿਲਾਂ ਵਰਸ਼ਿਪ ਕਰਦੇ ਸੀ, ਪ੍ਰੇਅਰ ਕਰਦੇ ਸੀ, ਪ੍ਰੇਸ ਐਂਡ ਵਰਸ਼ਿਪ ਕਰਦੇ ਸੀਗੇ, ਥੈਂਕਸ ਗਿਵਿੰਗ ਕਰਦੇ ਸੀਗੇ ਔਰ ਉਹਨਾਂ ਦਾ ਜਿਹੜਾ ਧਿਆਨ ਸੀਗਾ ਉਹ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸੀਗਾ। ਫਿਰ ਉਹ ਇਸ ਤਰ੍ਹਾਂ ਫਾਸਟਿੰਗ ਨੂੰ ਕੀ ਕਰਦੇ ਸੀਗੇ? ਉਹ ਆਰੰਭ ਕਰਦੇ ਸੀ ਔਰ ਫਾਸਟਿੰਗ ਦੇ ਵਿੱਚ ਜਾਂਦੇ ਸੀਗੇ। ਹਾਲੇਲੂਇਆ। ਔਰ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਬਣੇ ਰਹਿੰਦੇ ਸੀ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਅੱਗੇ ਕੀ ਹੋਇਆ ਜਦੋਂ ਇਦਾਂ ਦੀ ਉਹ ਉਪਾਸਨਾ ਕਰਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲਸ ਨੂੰ ਉਸ ਕੰਮ ਲਈ ਵੱਖਰਾ ਕਰੋ ਜਿਹਦੇ ਲਈ ਮੈਂ ਉਹਨਾਂ ਨੂੰ ਬੁਲਾਇਆ ਹੈ। ਫਿਰ ਪਵਿੱਤਰ ਆਤਮਾ ਨੇ ਉਹਨਾਂ ਨਾਲ ਗੱਲ ਕੀਤੀ। ਹਾਲੇਲੂਇਆ। ਪਰਮੇਸ਼ਰ ਦਾ ਆਤਮਾ ਦੱਸਦਾ ਹੈ ਕਿ ਉਸ ਜਗ੍ਹਾ ਤੇ ਪਵਿੱਤਰ ਆਤਮਾ ਨੇ ਉਹਨਾਂ ਨਾਲ ਗੱਲ ਕਰਦੇ ਹੋਏ ਕਿ ਮੇਰੀ ਸੇਵਾ ਦੇ ਲਈ ਇਸ ਬੰਦੇ ਨੂੰ ਲਿਖਿਆ, ਬਰਨਬਾਸ ਤੇ ਸ਼ਾਉਲ ਨੂੰ ਕੀ ਕਰੋ? ਮੇਰੇ ਇਸ ਕੰਮ ਲਈ ਵੱਖਰਾ ਕਰੋ। ਕਦੋਂ ਪਰਮੇਸ਼ਰ ਦਾ ਆਤਮਾ ਗੱਲ ਕਰਦਾ ਹੈ? ਕਦੋਂ ਸਹੀ ਰਿਜ਼ਲਟ ਸਾਹਮਣੇ ਆਉਂਦੇ ਨੇ? ਕਦੋਂ ਸਾਡੇ ਸਾਹਮਣੇ ਸਾਡੀਆਂ ਪ੍ਰੇਅਰਾਂ ਦੇ ਉੱਤਰ ਆਉਂਦੇ ਨੇ? ਜਦੋਂ ਸਹੀ ਤਰੀਕੇ ਦੇ ਨਾਲ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਵਾਂਗੇ ਤਾਂ ਉਹਦਾ ਰਿਜ਼ਲਟ ਵੀ ਪਰਮੇਸ਼ਰ ਤੁਹਾਨੂੰ ਸਹੀ ਹੀ ਦੇਵੇਗਾ। ਹਾਲੇਲੂਇਆ। ਔਰ ਮੈਂ ਵਿਸ਼ਵਾਸ ਕਰਦਾ, ਜਿਵੇਂ ਕਿ ਅਸੀਂ ਹੁਣ ਇਸ ਵਕਤ ਜਾਣਦੇ ਹਾਂ ਕਿ ਨਵਾਂ ਸਾਲ ਚੜ੍ਹਨ ਵਾਲਾ ਹੈ, ਨਵਾਂ ਸਾਲ ਆਉਣ ਵਾਲਾ ਹੈ, ਅਸੀਂ ਨਵੇਂ ਸਾਲ ਦੇ ਵਿੱਚ ਦਾਖਲ ਹੋਣਾ ਹੈ, ਨਵੇਂ ਸਾਲ 'ਚ ਦਾਖਲ ਹੋਣਾ ਹੈ। ਅਸੀਂ ਸਾਨੂੰ ਸਾਰਿਆਂ ਨੂੰ ਸ਼ੌਂਕ ਹੈ, ਚਾਅ ਹੈ, ਸਾਰੇ ਲੋਕਾਂ ਨੂੰ ਅੱਜ ਨਵੇਂ ਸਾਲ ਦੀ ਉਡੀਕ। ਕਿਉਂ? ਪਤਾ ਹੈ ਆਹ ਸਾਲ ਲੋਕਾਂ ਦਾ ਬਹੁਤ ਹੀ ਦੁੱਖਾਂ ਦੇ ਵਿੱਚ ਗੁਜ਼ਰ ਰਿਹਾ ਹੈ ਤੇ ਉਹ ਚਾਹੁੰਦੇ ਨੇ ਕਿ ਜਲਦੀ ਜਲਦੀ ਅਗਲਾ ਸਾਲ ਆਵੇ ਤੇ ਸਾਡੇ ਇਹ ਜਿਹੜੇ ਗਮ ਨੇ ਇਹ ਮਿਟ ਜਾਣ।
ਪਿਆਰੇ ਭੈਣੋ ਭਰਾਵੋ, ਬਹੁਤ ਸਾਰੇ ਲੋਕਾਂ ਨੇ ਬੜੀ ਖੁਸ਼ੀ ਦੇ ਨਾਲ, ਬੜੇ ਚਾਵਾਂ ਦੇ ਨਾਲ, ਬਹੁਤ ਲੋਕਾਂ ਨੇ ਪਟਾਕੇ ਵਜਾ ਕੇ, ਬਹੁਤ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਨਾਲ ਉਸ ਸਾਲ ਵਿੱਚ ਕੀ ਹੋਣਾ ਹੈ, ਦਾਖਲ ਹੋਣਾ ਹੈ। ਤਾਂ ਮੇਰੀ ਇੱਕ ਹੰਬਲੀ ਰਿਕੁਐਸਟ ਹੈ ਤੁਹਾਡੇ ਅੱਗੇ ਕਿ ਜਿਹੜੇ ਤੁਸੀਂ ਪ੍ਰਭੂ ਦੇ ਵਿੱਚ ਹੋ, ਅਸੀਂ ਪ੍ਰਭੂ ਦੇ ਆਰਡਰ ਨੂੰ ਭੁੱਲੀਏ ਨਾ, ਅਸੀਂ ਪ੍ਰਭੂ ਦੇ ਆਰਡਰ ਦੇ ਵਿੱਚ ਬਣੇ ਰਹੀਏ। ਔਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਆਓ ਅਸੀਂ ਇਸ ਨਵੇਂ ਸਾਲ ਵਿੱਚ ਜਾਣ ਤੋਂ ਪਹਿਲਾਂ ਆਪਾਂ ਪਹਿਲਾਂ ਪ੍ਰੇਅਰ ਵਿੱਚ ਜਾਈਏ, ਆਪਾਂ ਪ੍ਰੇਅਰ ਦੇ ਨਾਲ ਨਵੇਂ ਸਾਲ ਵਿੱਚ ਦਾਖਲ ਹੋਈਏ, ਆਪਾਂ ਆਰਾਧਨਾ ਦੇ ਨਾਲ, ਆਪਾਂ ਵਰਸ਼ਿਪ ਦੇ ਨਾਲ, ਪ੍ਰੇਜ਼ ਐਂਡ ਵਰਸ਼ਿਪ, ਥੈਂਕਸ ਗਿਵਿੰਗ ਦੇ ਨਾਲ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਬਣੇ ਹੋਏ ਨਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰੀਏ, ਤਾਂ ਕਿ ਪਰਮੇਸ਼ਵਰ ਸਾਡੇ ਵਾਸਤੇ ਉਸ ਸਾਲ ਨੂੰ ਵੀ ਕੀ ਕਰੇ, ਬਲੈਸਡ ਕਰੇ। ਹਾਲੇਲੂਇਆ। ਮੈਂ ਵਿਸ਼ਵਾਸ ਕਰਦਾ ਕਿ ਪਰਮੇਸ਼ਵਰ ਉਹ ਸਭ ਕੁਝ ਕਰ ਸਕਦੇ ਨੇ ਜਿਹੜੀ ਚੀਜ਼ ਦੀ ਅਸੀਂ ਪਰਮੇਸ਼ਵਰ ਤੋਂ ਆਸ਼ਾ ਰੱਖਦੇ ਹਾਂ, ਪਰ ਪ੍ਰੇਅਰ ਔਰ ਫਾਸਟਿੰਗ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਆਪਾਂ ਪ੍ਰੇਅਰ ਕਰਦੇ ਹੋਏ, ਫਾਸਟਿੰਗ ਦੇ ਨਾਲ ਅਸੀਂ ਨਵੇਂ ਸਾਲ ਦੇ ਵਿੱਚ ਕੀ ਕਰੀਏ, ਦਾਖਲ ਹੋਈਏ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਸੁਨੇਹੇ ਦੇ ਉੱਤੇ ਜ਼ਰੂਰ ਅਮਲ ਕਰੋਗੇ ਔਰ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਅੱਗੇ ਵਧੋਗੇ। ਔਰ ਸਾਨੂੰ ਜ਼ਰੂਰਤ ਹੈ ਕਿ ਅਸੀਂ ਪ੍ਰਭੂ ਦੇ ਵਚਨ ਦੇ ਦੁਆਰਾ ਸਿੱਖੀਏ ਕੁਝ ਗੱਲਾਂ ਨੂੰ। ਦਾਨੀਏਲ ਦੀ ਕਿਤਾਬ 9 ਅਧਿਆਇ ਤੇ ਉਹਦਾ 3 ਤੋਂ 5 ਵਚਨ ਦੱਸਦਾ ਹੈ, ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰਕੇ ਔਰ ਵਰਤ ਰੱਖ ਕੇ। ਕੀ ਲਿਖਿਆ ਤੇ ਧਿਆਨ ਦਿਓ, ਪਰਮੇਸ਼ਰ ਦਾ ਵਚਨ ਕਹਿੰਦਾ ਕਿ ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ਰ ਵੱਲ ਕੀਤਾ ਤੇ ਬੇਨਤੀਆਂ ਤਰਲੇ ਕਰਕੇ ਔਰ ਵਰਤ ਰੱਖ ਕੇ ਤੱਪੜ ਰਸਵਾ ਸਣੇ ਉਹਦੀ ਭਾਲ ਕੀਤੀ ਅਤੇ ਮੈਂ ਯਹੋਵਾ ਆਪਣੇ ਪਰਮੇਸ਼ਰ ਅੱਗੇ ਅਰਦਾਸ ਕੀਤੀ। ਨਾਲੇ ਮੈਂ ਮੰਨ ਲਿਆ ਅਤੇ ਆਖਿਆ ਕਿ ਪ੍ਰਭੂ ਜਿਹੜਾ ਵੱਡਾ ਤੇ ਭਿਆਨਕ ਪਰਮੇਸ਼ਰ ਹੈ ਤੇ ਉਸ ਨੇਮ ਨੂੰ ਆਪਣੇ ਪ੍ਰੀਤਮਾਂ ਦੇ ਨਾਲ ਅਤੇ ਜਿਹੜੇ ਉਹ ਤੇਰੀ ਆਗਿਆਕਾਰੀ ਹਨ ਉਹਨਾਂ ਦੇ ਨਾਲ ਚੇਤੇ ਰੱਖਦਾ ਹੈ ਔਰ ਉਹਨਾਂ ਉੱਤੇ ਦਇਆ ਕਰਦਾ ਹੈ। ਅਸਾਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ, ਅਸਾਂ ਬਦੀ ਕੀਤੀ, ਅਸਾਂ ਸਿਰ ਚੁੱਕਿਆ ਜੋ ਤੇਰੀਆਂ ਸਾਰੀਆਂ ਆਗਿਆਵਾਂ ਤੇ ਤੇਰੇ ਨਿਯਮਾਂ ਤੋਂ ਫਿਰ ਗਏ। ਬਾਈਬਲ ਦੱਸਦੀ ਹੈ ਕਿ ਉਹਨਾਂ ਨੇ ਆਪਣੇ ਅਪਰਾਧਾਂ ਨੂੰ ਪਰਮੇਸ਼ਰ ਦੇ ਸਾਹਮਣੇ ਮੰਨਦੇ ਹੋਏ ਪ੍ਰਾਰਥਨਾ ਕੀਤੀ। ਸੋ ਅੱਜ ਵੀ ਸਾਡੇ ਸਭ ਦੇ ਸਾਹਮਣੇ ਇਹ ਓਪਰਚੁਨਿਟੀ ਹੈ ਕਿ ਅਸੀਂ ਪ੍ਰਾਰਥਨਾ ਕਰੀਏ, ਪਰਮੇਸ਼ਰ ਦੇ ਵੱਲ ਫਿਰੀਏ। ਔਰ ਤੁਸੀਂ ਸਾਰੇ ਜਾਣੇ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਵਚਨ ਨਹੀਂ ਹੈ, ਤੁਸੀਂ ਜਾ ਕੇ ਪਰਮੇਸ਼ਰ ਦਾ ਵਚਨ ਲਓ, ਪਰਮੇਸ਼ਰ ਦੇ ਵਚਨ ਨੂੰ ਪੜ੍ਹੋ, ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ 'ਚ ਲਾਓ। ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਜਿਵੇਂ ਇਹ ਸਾਲ ਹੁਣ ਆਉਣ ਵਾਲਾ ਸਾਲ ਆ ਰਿਹਾ ਹੈ, ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਗੱਲ ਦਾ ਨਿਰਣੇ ਲੈ ਲਓ ਕਿ ਤੁਸੀਂ ਟੀਵੀ ਨੂੰ ਸਵਿਚ ਆਫ ਕਰ ਦਿਓ। ਮੇਰੇ ਪਿਆਰੇ ਭੈਣੋ ਭਰਾਵੋ, ਨਿਊਜ਼ਪੇਪਰ ਇੱਕ ਸਾਈਡ ਤੇ ਰੱਖ ਦਿਓ ਔਰ ਜੇ ਤੁਹਾਡੇ ਕੋਲ ਕੋਈ ਹੋਰ ਮੈਗਜ਼ੀਨ ਆ ਉਹਨੂੰ ਇੱਕ ਸਾਈਡ ਤੇ ਰੱਖ ਦਿਓ। ਤੁਸੀਂ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਕਰਕੇ ਆਪਣੇ ਫੋਨ ਨੂੰ ਵੀ, ਅਗਰ ਹੋ ਸਕਦਾ ਹੈ ਆਪਣੇ ਫੋਨ ਨੂੰ ਵੀ, ਕਿਉਂਕਿ ਬਹੁਤ ਸਾਰੇ ਵਿਸ਼ਸ ਆਉਣਗੀਆਂ, ਤੁਹਾਡਾ ਧਿਆਨ ਹੋਏਗਾ ਕਿ ਮੈਨੂੰ ਕੌਣ ਵਿਸ਼ ਕਰ ਰਿਹਾ ਹੈ, ਮੇਰੇ ਨਾਲ ਕੌਣ ਅਟੈਚ ਹੈਗਾ। ਪਰ ਮੇਰੇ ਪਿਆਰੇ ਭੈਣੋ ਭਰਾਵੋ, ਮੈਂ ਬੇਨਤੀ ਕਰਦਾ ਸਾਰੀਆਂ ਚੀਜ਼ਾਂ ਨੂੰ ਬੰਦ ਕਰ ਦਿਓ, ਆਪਣੇ ਫੋਨ ਨੂੰ ਵੀ ਬੰਦ ਕਰਕੇ ਰੱਖ ਦਿਓ ਸਾਈਡ ਤੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਤੇ ਫਾਸਟਿੰਗ ਦੇ ਨਾਲ ਦਾਖਲ ਹੋ ਜਾਓ, ਤਾਂ ਕਿ ਨਵਾਂ ਸਾਲ ਤੁਹਾਡੇ ਵਾਸਤੇ ਇੱਕ ਵੱਡੀ ਕਿਰਪਾ ਦੇ ਨਾਲ ਭਰਿਆ ਹੋਇਆ ਹੋਵੇ ਔਰ ਤੁਸੀਂ ਪਰਮੇਸ਼ਰ ਤੋਂ ਆਸ਼ੀਸ਼ ਪਾ ਕੇ ਸਾਰੇ ਲੋਕਾਂ ਵਾਸਤੇ ਆਸ਼ੀਸ਼ ਦਾ ਕਾਰਨ ਬਣ ਸਕੋ। ਦੇਖੋ, ਤੁਹਾਡੇ ਵਾਸਤੇ ਨਵੇਂ ਸਾਲ 'ਚ ਪਰਮੇਸ਼ਰ ਇਸ ਦੇ ਦੁਆਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਕੰਮ ਕਰੇਗਾ ਔਰ ਤੁਸੀਂ ਦਾ ਰਿਜ਼ਲਟ ਆਪਣੀ ਜ਼ਿੰਦਗੀ 'ਚ ਵੇਖੋਗੇ। ਬਹੁਤ ਹੀ ਖੂਬਸੂਰਤ ਰਿਜ਼ਲਟ ਤੁਹਾਡੇ ਸਾਹਮਣੇ ਆਏਗਾ। ਤੁਹਾਡੇ ਲਈ ਇੱਕ ਆਖਰੀ ਆਇਤ ਪੜਾਂਗਾ, ਰਸੂਲਾਂ ਦੀ ਕਿਤਾਬ 14 ਦੀ 23 ਆਇਤ ਦੇ ਵਿੱਚ ਲਿਖਿਆ, ਜਾਂ ਉਹਨਾਂ ਨੇ ਹਰੇਕ ਕਲੀਸਿਆ ਵਿੱਚ ਉਹਨਾਂ ਦੇ ਬਜ਼ੁਰਗ ਠਹਿਰਾਏ ਅਤੇ ਵਰਤ ਨਾਲ ਪ੍ਰਾਰਥਨਾ ਕੀਤੀ ਤਾਂ ਉਹਨਾਂ ਨੂੰ ਪ੍ਰਭੂ ਦੇ ਹੱਥ ਸੌਂਪ ਦਿੱਤਾ ਜਿਹਦੇ ਉੱਤੇ ਉਹਨਾਂ ਨੇਚਾ ਕੀਤੀ ਸੀ। ਬਾਈਬਲ ਇੱਥੇ ਦੱਸਦੀ ਹੈ ਕਿ ਜਿਹੜੇ ਰਸੂਲ ਸੀਗੇ ਉਹ ਜਦੋਂ ਵੀ ਕੁਝ ਕਰਦੇ ਸੀਗੇ ਤਾਂ ਉਹ ਇੱਕ ਕੰਮ ਬਹੁਤ ਜ਼ਰੂਰੀ ਕਰਦੇ ਸੀ, ਪ੍ਰਭੂ ਦੇ ਆਗਿਆ ਦਾ ਪਾਲਨ ਕਰਦੇ ਸੀ। ਉਹ ਇੱਕ ਕੰਮ ਕਦੇ ਨਹੀਂ ਸੀ ਭੁੱਲਦੇ, ਉਹ ਸੀ ਪ੍ਰਾਰਥਨਾ ਤੇ ਵਰਤ। ਅੱਜ ਦੇ ਸਮੇਂ ਵਿੱਚ ਇੱਕ ਬਹੁਤ ਦੁੱਖ ਦੀ ਗੱਲ ਹੈ। ਉਹ ਦੁੱਖ ਦੀ ਗੱਲ ਇਹ ਹੈ ਕਿ ਅਗਰ ਅੱਜ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਅਗਰ ਅਨਾਉਂਸਮੈਂਟ ਕਰ ਦਈਏ ਕਿ ਲੰਗਰ ਵਰਤਾਇਆ ਜਾਏਗਾ, ਅੱਜ ਹਰੇਕ ਬੈਨਰ ਤੇ, ਹਰੇਕ ਵਾਲ ਪੋਸਟਰ ਤੇ ਲਿਖਿਆ ਹੁੰਦਾ ਲੰਗਰ ਟੁੱਟ ਵਰਤੇਗਾ। ਤੇ ਲੰਗਰਾਂ ਦੀ ਸੇਵਾ ਦੇ ਵਿੱਚ ਜਦੋਂ ਲੰਗਰ ਦੀ ਗੱਲ ਆਉਂਦੀ ਹੈ ਤਾਂ ਫਿਰ ਬਹੁਤ ਲੋਕ ਆ ਜਾਂਦੇ ਨੇ ਕਿ ਚਲੋ ਵੀ ਠੀਕ ਹੈ, ਅੱਜ ਉੱਥੇ ਹੀ ਖਾਣਾ ਚੱਲਣਾ ਹੈ, ਆਪਾਂ ਚਲੋ ਚੱਲਦੇ ਹਾਂ। ਲੇਕਿਨ ਜੇ ਇਹੀ ਸੱਦਾ ਤੁਹਾਨੂੰ ਵਰਤ ਤੇ ਨਾਲ ਆਉਣ ਲਈ ਕਿਹਾ ਜਾਵੇ ਕਿ ਤੁਸੀਂ ਪ੍ਰਾਰਥਨਾ ਦੇ ਵਿੱਚ ਆਉਣਾ ਆ, ਪ੍ਰਾਰਥਨਾ ਕਰਨੀ ਆ, ਵਰਤ ਰੱਖਣਾ ਆ,
ਤਾਂ ਫਿਰ ਬਹੁਤ ਲੋਕਾਂ ਦੀ ਗਿਣਤੀ ਘਟ ਜਾਂਦੀ ਆ। ਬਥੇਰੇ ਲੋਕ ਕਹਿੰਦੇ ਕਿ ਸਾਤੋਂ ਵਰਤ ਨਹੀਂ ਰੱਖਿਆ ਜਾਂਦਾ, ਬਥੇਰੇ ਲੋਕ ਕਹਿੰਦੇ ਤੇ ਮੈਨੂੰ ਤਾਂ ਭੁੱਖ ਹੀ ਨਹੀਂ ਲੱਗਦੀ, ਮੈਂ ਤਾਂ ਇੱਦਾਂ ਹੀ ਵਰਤ ਰੱਖ ਲੈਣਾ। ਉਹ ਵਰਤ ਨਹੀਂ ਹੈਗਾ ਮੇਰੇ ਪਿਆਰੇ ਭੈਣੋ ਭਰਾਵੋ। ਫਿਰ ਤੋਂ ਕਹਿਣਾ ਕਿ ਇਹ ਜਿਹੜਾ ਵਰਤ ਰੱਖਣਾ ਆ, ਇਹ ਪਰਮੇਸ਼ਰ ਦੇ ਵੱਲੋਂ ਇੱਕ ਹੋਲੀ ਐਕਟੀਵਿਟੀ ਆ। ਇਹ ਕੋਈ ਸਧਾਰਨ ਗੱਲ ਨਹੀਂ ਹੈਗੀ ਕਿ ਆਪਾਂ ਭੁੱਖੇ ਰਹਿ ਗਏ ਤਾਂ ਕਹਿ ਲਿਆ ਸਾਡਾ ਵਰਤ ਰੱਖ ਹੋ ਗਿਆ, ਜਾਂ ਇਹ ਕੋਈ ਭੁੱਖ ਹੜਤਾਲ ਨਹੀਂ ਹੈਗੀ। ਪਿਆਰੇ ਭੈਣੋ ਭਰਾਵੋ, ਪਰਮੇਸ਼ਰ ਦੇ ਵਚਨ ਤੇ ਈਮਾਨ ਲਿਆਓ। ਪਰਮੇਸ਼ਰ ਦਾ ਵਚਨ ਕਹਿੰਦਾ ਕਿ ਜਿਹੜੇ ਰਸੂਲ ਸੀਗੇ, ਪ੍ਰਭੂ ਦੇ ਸੇਵਕ ਸੀਗੇ, ਉਹ ਇਸੇ ਤਰ੍ਹਾਂ ਕਰਿਆ ਕਰਦੇ ਸੀ। ਔਰ ਅੱਜ ਜਿੰਨੇ ਵੀ ਤੁਸੀਂ ਮੈਨੂੰ ਸੁਣ ਰਹੇ ਹੋ, ਆਪਣੀ ਜ਼ਿੰਦਗੀ ਦੇ ਵਿੱਚ ਨੇਮ ਬਣਾ ਲਓ ਕਿ ਤੁਸੀਂ ਜਦੋਂ ਵੀ ਫਾਸਟਿੰਗ ਦੇ ਵਿੱਚ ਜਾਣਾ ਤਾਂ ਪ੍ਰੇਅਰ ਦੇ ਨਾਲ ਜਾਣਾ, ਤੇ ਪ੍ਰਾਰਥਨਾ ਕਰਦਿਆਂ ਨੇ ਉਸ ਵਰਤ ਵਾਲੇ ਦਿਨ ਇਹ ਨਹੀਂ ਕਿ ਆਪਣੀਆਂ ਭਾਉਣੀਆਂ ਪੂਰੀਆਂ ਕਰੀ ਜਾਣੀਆਂ, ਪਰਮੇਸ਼ਰ ਦੀ ਆਵਾਜ਼ ਸੁਣਨੀ ਆ, ਪਰਮੇਸ਼ਰ ਦਾ ਵਚਨ ਪੜ੍ਹਨਾ ਆ, ਉਹਦੀ ਆਵਾਜ਼ ਨੂੰ ਸੁਣਨਾ ਆ, ਪਰਮੇਸ਼ਰ ਦੇ ਵਚਨਾਂ ਦਾ ਅਨੁਸਰਨ ਕਰਨਾ ਆ। ਔਰ ਦੇਖਿਓ ਪਵਿੱਤਰ ਆਤਮਾ ਤੁਹਾਨੂੰ ਬਹੁਤ ਜਲਦੀ ਕੀ ਕਰੇਗਾ, ਆਸ਼ੀਸ਼ ਨਾਲ ਭਰ ਕੇ ਆਪਣੀ ਮਹਿਮਾ ਲਈ ਇਸਤੇਮਾਲ ਕਰੇਗਾ। ਦਿਲ ਦਿਮਾਗ ਨੂੰ ਖੋਲੇਗਾ, ਤੁਹਾਨੂੰ ਬੁੱਧ ਤੇ ਗਿਆਨ ਦਾ ਆਤਮਾ ਪ੍ਰਾਪਤ ਹੋਵੇਗਾ। ਤੁਸੀਂ ਦੇਖੋਗੇ ਕਿ ਪਰਮੇਸ਼ਰ ਤੁਹਾਡੇ ਨਾਲ ਹੈ। ਹਾਲੇਲੂਇਆ। ਪਰਮੇਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ਰ ਨੇ ਸਾਨੂੰ ਸਾਰਿਆਂ ਨੂੰ ਇਹ ਗੱਲਾਂ ਸਿੱਖਣ ਦੇ ਵਿੱਚ ਸਹਾਇਤਾ ਕੀਤੀ, ਮਦਦ ਕੀਤੀ। ਔਰ ਮੈਂ ਵਿਸ਼ਵਾਸ ਕਰਦਾ, ਮੈਂ ਤੁਹਾਡੀ ਪ੍ਰਾਰਥਨਾ ਕਰਾਂਗਾ ਕਿ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਕਿ ਤੁਸੀਂ ਪ੍ਰਾਰਥਨਾ ਦੇ ਨਾਲ ਵਰਤ ਵਿੱਚ ਜਾ ਸਕੋ। ਗੋਡ ਬਲੈਸ ਯੂ। ਸ਼ਾਲੋਮ।